ਦੋਸਤੋ ਵੇਲੇ ਦੀ ਗੱਲ 'ਚ ਤੁਹਾਡਾ ਬਹੁਤ-ਬਹੁਤ ਸਵਾਗਤ। ਮੈਂ ਤੁਹਾਡਾ ਮੇਜ਼ਬਾਨ ਨਰਿੰਦਰ ਸਿੰਘ। ਅੱਜ ਜਿਹੜੀ ਸਾਡੀ ਵੇਲੇ ਦੀ ਗੱਲ ਹੋਊਗੀ, ਅੱਜ ਇਤਿਹਾਸ ਦੇ ਪੱਖੋਂ ਅੱਜ ਦਾ ਕਿਉਂਕਿ ਦਿਨ ਬੜਾ ਅਹਿਮ ਹੈ, ਇਸ ਕਰਕੇ ਇਤਿਹਾਸ 'ਤੇ ਹੀ ਅੱਜ ਅਸੀਂ ਇਸ 'ਤੇ ਝਾਤ ਪਾਵਾਂਗੇ। ਅੱਜ ਦੇ ਦਿਨ ਹੀ ਹੀਰੋਸ਼ੀਮਾ ਜਿਹੜਾ ਜਪਾਨ ਦਾ ਸ਼ਹਿਰ ਹੈ, ਉਹਦੇ ਉੱਤੇ ਅਮਰੀਕਾ ਨੇ ਪਰਮਾਣੂ ਬੰਬ ਸੁੱਟਿਆ ਸੀ। ਇਸ ਬੰਬ ਨੇ ਦੁਨੀਆ ਦੀ ਸਾਰੀ ਰੂਪ ਰੇਖਾ, ਰੰਗ ਢੰਗ, ਖਾਸ ਤੌਰ 'ਤੇ ਲੜਾਈ ਦੇ ਢੰਗ ਅਤੇ ਸਰਦਾਰੀ, ਇਹ ਸਭ ਕੁਛ ਬਦਲਤੀ ਸੀ। ਇਹ ਬੰਬ ਕਿਉਂ ਸੁੱਟਿਆ ਗਿਆ, ਇਹਦੇ ਕੀ ਅਸਰ ਹੋਏ, ਇਸ ਸਾਰੇ 'ਤੇ ਗੱਲਬਾਤ ਕਰਨ ਲਈ ਸਾਡੇ ਕੋਲ ਨੇ ਉੱਘੇ ਪੱਤਰਕਾਰ ਹਮੀਰ ਸਿੰਘ ਜੀ। ਹਮੀਰ ਜੀ, ਤੁਹਾਡਾ ਸਵਾਗਤ ਹੈ ਜੀ। ਸ਼ੁਕਰੀਆ ਜੀ। ਜਿਵੇਂ ਕਿ ਮੈਂ ਕਿਹਾ ਵੀ ਇਹ 6 ਅਗਸਤ 1945 'ਚ ਸੁੱਟਿਆ ਗਿਆ ਸੀ ਅਤੇ 1,40,000 ਬੰਦਾ ਇਹ 'ਚ ਮਾਰਿਆ ਗਿਆ। ਉਹ ਤੋਂ ਬਾਅਦ ਇਹ 'ਤੇ ਦੀਆਂ ਜਿਹੜੀਆਂ ਕਿਰਨਾਂ ਸੀ, ਵਿਕਿਰਨਾਂ, ਉਹਦੇ ਨਾਲ ਬੜਾ ਦੂਰ ਤੱਕ ਅਸਰ ਰਿਹਾ। ਇਹ ਬੰਬ ਜਦੋਂ ਅਮਰੀਕਾ ਨੂੰ ਪਤਾ ਸੀ ਕਿ ਉਹ ਜਿੱਤੇ ਰਹੇ ਨੇ, ਇਹਨਾਂ ਨੂੰ ਲੋੜ ਕੀ ਪੈ ਗਈ ਸੀ ਇੰਨੀ ਬੰਬ ਸੁੱਟਣ ਦੀ? ਅਸਲ ਦੇ ਵਿੱਚ ਇਹ ਦੂਜੀ ਸੰਸਾਰ ਜੰਗ ਦਾ ਵਾਕਿਆ ਹੈ। ਮਤਲਬ ਇਸ ਤੋਂ ਪਹਿਲਾਂ ਇੱਕ ਤਾਂ ਲੜਾਈ ਦਾ ਮਜਾਜ, ਮਤਲਬ ਲੜਾਈ ਰਵਾਇਤੀ ਹਥਿਆਰਾਂ ਨਾਲ ਹੀ ਲੜੀ ਜਾਂਦੀ ਸੀ। ਵੱਧ ਤੋਂ ਵੱਧ ਕੋਈ ਕਿਸੇ ਨੇ ਜਨਰਲ ਕੋਈ ਬੰਬ ਸੁੱਟਤੇ ਜਾਂ ਤੋਪਾਂ ਦੇ ਗੋਲਿਆਂ ਨਾਲ, ਜਾਂ ਗਰਾਊਂਡ ਦੀ ਲੜਾਈ, ਜਾਂ ਬਾਕੀ ਦੀਆਂ ਚੀਜ਼ਾਂ। ਔਰ ਇਹ ਪਹਿਲਾ ਬੰਬ ਸੀ ਜਿਹੜਾ ਲਿਟਲ ਬॉय ਦੇ ਨਾਮ ਨਾਲ ਇਹਨਾਂ ਨੇ ਕਿਹਾ ਕਿ ਸੁੱਟੋ। ਨਾਮ ਚਾਹੇ ਇਹੋ ਜਿਹਾ ਖੂਬਸੂਰਤ ਲਿਟਲ ਬॉय ਦਾ ਰੱਖਿਆ, ਪਰ ਜਿੰਨੀ ਤਬਾਹੀ ਉਹਨੇ ਮਚਾਈ, ਔਰ ਇਹ ਤਬਾਹੀ ਅਜੇ ਤੱਕ ਵੀ ਲੋਕ ਇਹਦੇ 'ਤੇ ਸੋਚ ਰਹੇ ਨੇ ਵੀ ਕਿਉਂ ਸੁੱਟਿਆ ਗਿਆ, ਕੀ ਹੈ, ਕੀ ਇਹਦੇ ਬਿਨਾਂ ਸਰ ਨਹੀਂ ਸੀ ਸਕਦਾ, ਜਾਂ ਕੀ ਟੈਕਨੋਲੋਜੀ, ਕੀ ਸਾਇੰਸ ਜਿਹੜੀ ਹੈ, ਖਾਸ ਤੌਰ 'ਤੇ ਵਿਗਿਆਨ ਹੈ। ਜੇ ਵਿਗਿਆਨ ਡਿਸਟਰਕਟਿਵ ਕੰਮਾਂ ਲਈ ਉਹ ਬਰਤਨ ਹੈ, ਇਹੋ ਜਿਹੇ ਤਬਾਹਕੁਨ ਕੰਮਾਂ ਲਈ ਬਰਤਨ ਹੈ, ਤਾਂ ਫਿਰ ਉਹਦਾ ਸਮਾਜ ਦੇ ਵਿੱਚ ਕੀ ਭੂਮਿਕਾ ਹੋਏਗੀ, ਕੀ ਉਹ 'ਤੇ ਕੋਈ ਲਿਮਟ ਲੱਗਣੀ ਚਾਹੀਦੀ ਹੈ ਜਾਂ ਨਹੀਂ, ਜਾਂ ਵਿਗਿਆਨ ਨਿਊਟਰਲ ਹੈ ਜਾਂ ਨਹੀਂ ਹੈ। ਵਿਗਿਆਨ ਵੀ ਆਮ ਤੌਰ 'ਤੇ ਕਿਹਾ ਜਾਂਦਾ ਕਿ ਨਿਊਟਰਲ ਤਾਂ ਨਹੀਂ ਹੈ, ਉਹਦੇ ਹੱਥ 'ਚ ਇਹ ਖਿਡੌਣਾ ਹੈ, ਜਿਹੜਾ ਬੰਦਾ ਉਹਨੂੰ ਵਰਤਦਾ ਹੈ, ਜਿਹੜਾ ਬੰਦਾ ਉਹਨੂੰ ਜਿਸ ਪਾਸੇ ਤੋਰਨਾ ਚਾਹੁੰਦਾ ਹੈ। ਉਹ ਸਾਰੇ ਉਹਨਾਂ ਮਾਮਲਿਆਂ ਦੇ ਵਿੱਚ ਗੱਲ ਪਹਿਲੀ। ਔਰ ਇਹ ਬਿਲਕੁਲ ਇਹ ਤੱਥ ਸਾਹਮਣੇ ਆਏ ਨੇ ਉਦੋਂ ਦੇ ਲੈ ਕੇ ਕਿ ਜਰਮਨ ਜਿਹੜਾ ਮੇਨ ਪਲੇਅਰ ਸੀ ਉਸ ਸੈਕੰਡ ਵਰਲਡ ਵਾਰ ਦਾ, ਉਹ ਮਈ ਦੇ ਵਿੱਚ ਹੀ ਸਰੈਂਡਰ ਕਰ ਗਿਆ ਸੀ। ਜਾਪਾਨ ਰਹਿੰਦਾ ਸੀ, ਉਹ ਵੀ ਨੈਗੋਸ਼ੀਏਸ਼ਨ ਦੇ ਵਿੱਚ ਸੀਗਾ, ਉਹ ਵੀ ਲਗਭਗ ਸਰੈਂਡਰ ਵਰਗਾ ਸੀ ਇਹ ਤੋਂ ਪਹਿਲਾਂ ਕੀਤੇ ਹੋਏ। ਤਾਂ ਕਿਉਂਕਿ ਉਸ ਸਮੇਂ ਦੇ ਦੌਰਾਨ ਅਮਰੀਕਾ ਇੱਕ ਪਹਿਲਾ ਕੰਟਰੀ ਸੀ ਜਿਹਨੇ ਇਹ ਪਰਮਾਣੂ ਤਿਆਰ ਕਰ ਰੱਖੇ ਸੀ। ਕਿਤੇ ਨਾ ਕਿਤੇ ਮਾਨਸਿਕਤਾ ਦੇ ਵਿੱਚ ਇਹ ਗੱਲ ਜਿਹੜੀ ਅੱਜ ਤੱਕ ਵੀ ਚੱਲ ਰਹੀ ਹੈ, ਜਿਹੜੀ ਸੁਪਰ ਪਾਵਰਿਜ਼ਮ ਦੀ ਧਾਰਨਾ ਹੈ, ਮਹਾਸ਼ਕਤੀ ਬਣਨ ਦੀ, ਕਿ ਮੁੱਖ ਜਿਵੇਂ ਆਮ ਕਹਿੰਦੇ ਨਾ, ਮਨੁੱਖ ਆਪਦੇ ਆਪ ਨੂੰ ਮਹਾਬਲੀ ਦੇਖਣਾ ਚਾਹੁੰਦਾ ਹੈ ਕਿ ਮੈਂ ਸਭ ਤੋਂ ਬੜਾ, ਮੈਂ ਸਭ ਤੋਂ ਤਾਕਤਵਰ ਹਾਂ। ਇਸੇ ਕਰਕੇ ਕਿਸੇ ਜ਼ਮਾਨੇ 'ਚ ਜਦੋਂ ਸਿਕੰਦਰ ਦੁਨੀਆ ਜਿੱਤਣ ਆਉਂਦਾ ਸੀ, ਦੁਨੀਆ ਜਿੱਤ ਲਈ, ਕੋਈ ਕਿਸੇ ਤਰੀਕੇ ਨਾਲ, ਕੋਈ ਕਿਸੇ ਤਰੀਕੇ ਨਾਲ, ਉਹ ਜਿਹੜੀ ਭਾਵਨਾ ਹੈ ਜਿਹਨੂੰ ਨੋਮ ਚਮਸਕੀ ਇਹੀ ਕਹਿ ਰਿਹਾ ਕਿ ਸੁਪਰ ਪਾਵਰਿਜ਼ਮ ਹੈ, ਜਿਹੜਾ ਸਭ ਤੋਂ ਜ਼ਿਆਦਾ ਡਿਸਟਰਬੈਂਸ ਜਾਂ ਗੜਬੜ ਪੈਦਾ ਕਰ ਰਿਹਾ ਦੁਨੀਆ ਦੇ ਵਿੱਚ, ਉਹ ਅਮਰੀਕਾ ਦਾ ਮਾਈਂਡ ਸੈੱਟ ਹੈ। ਉਸ ਨੇ ਪਹਿਲਾਂ ਸੁੱਟਿਆ, ਕੇਵਲ ਇੱਕ ਨਾਲ ਨਹੀਂ ਚੱਲਿਆ ਕੰਮ। ਤਬਾਹੀ ਤਾਂ ਉਹਨੇ ਵੀ ਦਿਖਾਤੀ ਸੀ। ਮਤਲਬ ਜਿਹੜੇ ਬੰਦੇ ਸੁੱਟ ਕੇ ਗਏ ਉਹ ਵੀ ਆਪ ਰੋਣ ਲੱਗੇ, ਬਾਕੀ ਉਹਨਾਂ ਨੂੰ ਵੀ ਇਹ ਲੱਗਿਆ ਕਿੰਨਾ ਕੁਛ ਹੋ ਗਿਆ। ਕਿਉਂਕਿ ਜਦੋਂ ਤੁਸੀਂ 39% ਟੋਟਲ ਆਬਾਦੀ ਖਤਮ ਕਰ ਦਿੰਦੇ ਹੋ ਇੱਕ ਸ਼ਹਿਰ ਦੀ, ਜਦੋਂ 69% ਬਿਲਡਿੰਗਾਂ ਤਹਿਸ ਨਹਿਸ ਹੋ ਜਾਂਦੀਆਂ ਨੇ, ਜਦੋਂ ਭੱਜ ਕੇ ਬੰਦਾ ਕਿੱਥੇ ਜਾਂਦਾ, ਵੱਧ ਤੋਂ ਵੱਧ ਹਸਪਤਾਲਾਂ ਦੇ ਵਿੱਚ ਜਾਂਦਾ ਹੈ, ਹਸਪਤਾਲ ਵੀ ਢਲ ਰਹੇ ਨੇ ਮੋਮ ਦੀ ਤਰ੍ਹਾਂ, ਤਾਂ ਇਹੋ ਜਿਹੀ ਮਨੁੱਖੀ ਤਬਾਹੀ ਤੋਂ ਬਾਅਦ ਕੋਈ ਮਨ ਤਾਂ ਬਦਲਣਾ ਹੀ ਹੁੰਦਾ, ਮਾੜਾ ਮੋਟਾ ਬਦਲਦਾ, ਹਰ ਇੱਕ 'ਤੇ ਅਸਰ ਪੈਂਦਾ, ਪਰ ਨਹੀਂ ਅਸਰ ਪਿਆ। 3 ਦਿਨਾਂ ਬਾਅਦ ਫਿਰ ਇੱਕ ਦੂਜੇ ਸ਼ਹਿਰ 'ਤੇ ਨਾਗਾਸਾਕੀ 'ਤੇ 9 ਅਗਸਤ ਨੂੰ ਬੰਬ ਸੁੱਟ ਦਿੱਤਾ ਜਾਂਦਾ, ਜਿਸ 'ਚ ਲਗਭਗ 70,000 ਹੋਰ ਬੰਦੇ ਜਿਹੜੇ ਮਰਦੇ ਨੇ। ਉਹ ਸ਼ਹਿਰ ਦੀ ਤਸਵੀਰ ਥੋੜ੍ਹੀ ਜਿਹੀ ਇਹੋ ਜਿਹੀ ਬਖਰੇਵੇਂ ਵਾਲੀ ਸੀ, ਇਸ ਕਰਕੇ ਬੰਦਿਆਂ ਦੀ ਭਾਵੇਂ ਉਹ ਇਹਦੇ ਨਾਲੋਂ ਘੱਟ ਮਰੇ, ਪਰ ਉਹਦੀ ਸਮਰੱਥਾ ਇੱਦੋਂ ਜ਼ਿਆਦਾ ਉਸ ਲੈਵਲ 'ਤੇ ਸੀ। ਅਤੇ ਜਿੰਨੀ ਵੱਡੀ ਪੀੜ੍ਹੀ 'ਤੇ ਉਹਦਾ ਅਸਰ ਪਿਆ, ਉਹ ਤਾਂ ਛੱਡੋ, ਇੱਕ ਤਾਂ ਮਾਈਂਡ ਸੈੱਟ ਦਾ ਹੀ ਸਵਾਲ ਸੀ ਕਿ ਉਹਨੇ ਇੱਕ ਤਵਾਜ਼ਨ ਬਦਲਿਆ। ਤਵਾਜ਼ਨ ਲਗਾਤਾਰ ਸੁਸਾਇਟੀਆਂ ਦੇ ਬਦਲਦੇ ਆ ਰਹੇ ਨੇ। ਬਰਤਾਨੀਆ ਜਿਹੜਾ ਸਭ ਤੋਂ ਬੜਾ ਮਤਲਬ ਪਾਵਰਫੁੱਲ, ਤਾਕਤਵਰ ਕੰਟਰੀ ਮੰਨਿਆ ਜਾਂਦਾ ਸੀ ਇੱਕ ਸਮੇਂ, ਜਿਨ੍ਹਾਂ ਦਾ ਸਾਰੇ ਕਿਤੇ ਕਬਜ਼ਾ, ਅਸੀਂ ਵੀ ਉਹਦੇ ਗੁਲਾਮ ਸੀ, ਉਦੋਂ ਵੀ ਗੁਲਾਮ ਸੀ, ਅਤੇ ਬਾਕੀ ਹੋਰ ਕਿੰਨੇ ਹੀ ਦੇਸ਼ ਸੀ, ਉਹ ਸੁਪਰ ਪਾਵਰ ਸੀ ਇੱਕ ਤਰ੍ਹਾਂ ਦੀ ਮੰਨੀ ਜਾਂਦੀ, ਕਿ ਅੰਗਰੇਜ਼ਾਂ ਦਾ ਰਾਜ ਬਹੁਤ ਦੂਰ ਤੱਕ। ਅਤੇ ਉਹਨੇ ਅਮਰੀਕਾ ਨੂੰ ਨੰਬਰ 1 ਕਰਤਾ। ਅਮਰੀਕਾ ਨਾ ਕੇਵਲ ਨੰਬਰ 1 ਹੋਇਆ, ਬਲਕਿ ਜਿਹੜੇ ਅਲਾਈ ਜਿਹਨੂੰ ਕਹਿੰਦੇ ਆ, ਦੋਸਤਾਨਾ ਤਰੀਕੇ ਦੇ ਨਾਲ ਜਿਹੜੇ ਲੜੇ। ਇਹ ਵੀ ਇੱਕ ਅਜੀਬ ਗੱਲ ਸੀ ਕਿ ਉਸ ਸਮੇਂ ਜਿਹੜੇ ਬਾਅਦ ਦੇ ਵਿੱਚ 2 ਸੁਪਰ ਪਾਵਰ ਦੇ ਤੌਰ 'ਤੇ ਸਾਹਮਣੇ ਆਈਆਂ, ਜਿਨ੍ਹਾਂ ਨੇ ਅਮਨ ਮੱਤੇ ਹਥਿਆਰ ਬਣਾਏ, ਇੱਕ ਦੂਜੇ ਦੇ ਖਿਲਾਫ ਸਟੈਂਡ ਕਰਦੇ ਰਹੇ, ਉਹ ਦੋਨੋਂ ਇੱਕ ਪਾਸੇ ਸੀਗੇ ਉਦੋਂ। ਉਹ ਸੋਵੀਅਤ ਯੂਨੀਅਨ ਜਿਹੜੀ 1917 'ਚ ਇਨਕਲਾਬ ਤੋਂ ਬਾਅਦ ਆਈ ਉਸ ਪੱਧਰ ਦੇ ਉੱਤੇ, ਅਤੇ ਇੱਕ USA। ਇਹ 2 ਸੁਪਰ ਪਾਵਰ ਨਿਕਲੀਆਂ ਉਸ ਸਾਰੇ ਵਰਲਡ ਵਾਰ ਦੇ
ਉਸ ਦੇ ਪਿੱਛੋਂ। ਔਰ ਇਸੇ ਨੇ ਦੇਸ਼ ਵੀ ਤੋੜੇ, ਜਰਮਨ ਟੁੱਟਿਆ, ਜਰਮਨ ਟੁੱਟਿਆ, ਕੋਰੀਆ, ਜਿੰਨੇ ਵੀ ਦੇਸ਼ ਟੁੱਟੇ, ਜਰਮਨ ਨੇ ਤਾਂ ਖੈਰ ਫਿਰ ਸੁਧਾਰਿਆ ਸਿਸਟਮ, ਬਰਲਿਨ ਦੀ ਦੀਵਾਰ ਢਾਤੀ ਅਤੇ ਉਹ ਦੁਬਾਰਾ ਇੱਕ ਹੋਣ ਵੱਲ ਚਲੇ ਗਏ। ਉਹਨੇ ਉਹ ਅਸਰ ਪਾਏ ਜਿਹੜੇ ਅਸਰ ਅੱਜ ਤੱਕ ਦੁਨੀਆ 'ਤੇ ਕਾਇਮ ਨੇ। ਕਿਉਂ? ਕਿਉਂਕਿ ਉਹ ਪਰਮਾਣੂ ਕਾਇਮ ਹੈ, ਉਹ ਬੰਬ ਕਾਇਮ ਨੇ, ਉਹ ਵਾਰ-ਹੈਡ ਅਜੇ ਤੱਕ ਤੈਨਾਤ ਕੀਤੇ ਹੋਏ ਨੇ ਅਤੇ ਅਜੇ ਤੱਕ ਦੁਨੀਆ ਦੇ ਵਿੱਚ ਉਹ ਕਾਇਮ ਨੇ। ਅਤੇ ਜਾਪਾਨ ਦੇ ਤਾਂ ਅੱਜ ਵੀ ਜਿਹੜਾ ਉੱਥੋਂ ਦਾ ਮੇਅਰ ਹੈ ਉਹਨੇ ਕਿਹਾ, ਅਤੇ ਅੱਜ UNO ਦੇ ਸੈਕਟਰੀ ਜਨਰਲ ਨੇ ਵੀ ਕਿਹਾ ਇਸੇ ਤਰੀਕੇ ਨਾਲ, ਕਿ ਜਿੰਨਾ ਚਿਰ ਇੱਕ ਵੀ ਪਰਮਾਣੂ ਬੰਬ ਮੌਜੂਦ ਹੈ, ਤੁਸੀਂ ਸਸਟੇਨੇਬਲ ਅਤੇ ਟਿਕਾਊ ਦੁਨੀਆ ਸਿਰਜਣ ਦਾ ਸੁਪਨਾ ਪਾਲ ਰਹੇ ਹੋ, ਇਹ ਭਰਮ ਹੈ, ਇਹ ਸੰਭਵ ਨਹੀਂ ਹੈ ਕਿਸੇ ਵੀ ਰੂਪ ਦੇ ਵਿੱਚ। ਇਸ ਕਰਕੇ ਇਹ ਮਹੱਤਵ ਇਹਦਾ ਉਦੋਂ ਹੁੰਦਾ ਹੈ ਕਿਉਂਕਿ ਇਹ ਕੇਵਲ ਇੱਕ ਘਟਨਾ ਬਣ ਕੇ ਨਹੀਂ ਰਿਹਾ। ਇੱਕ ਤਾਂ ਹੁੰਦਾ ਵੀ ਆਪਾਂ ਯਾਦ ਕਰਨੀ ਹੈ, ਇਕੱਲੀ ਘਟਨਾ ਹੈ ਜੀ, ਆਪਾਂ ਦੇਖ ਲਓ ਉਦੋਂ ਵਾਪਰ ਗਿਆ ਸੀ ਜਾਂ ਉਹਨੂੰ ਯਾਦ ਹੀ ਰੱਖਣਾ ਹੈ। ਉਹ ਘਟਨਾ ਦਾ ਅਸਰ ਨਾ ਕੇਵਲ ਉਦੋਂ ਸੀ, ਅੱਜ ਵੀ ਹੈ, ਅੱਜ ਦੀ ਅਰਥ ਵਿਵਸਥਾ 'ਤੇ ਹੈ, ਅੱਜ ਦੇ ਬੰਦਿਆਂ ਦੇ ਜੀਵਨ ਜਾਂਚ 'ਤੇ ਹੈ, ਅੱਜ ਦੇ ਬੰਦਿਆਂ ਦੀ ਸਿੱਖਿਆ 'ਤੇ ਹੈ, ਅੱਜ ਦੇ ਬੰਦਿਆਂ ਦੀ ਸਿਹਤ 'ਤੇ ਹੈ, ਅੱਜ ਦੇ ਬੰਦੇ ਦੀ ਭਵਿੱਖ 'ਤੇ ਹੈ। ਅਜੇ ਤੱਕ ਵੀ ਉਹ ਸਾਰਾ ਕੰਟੀਨਿਊ ਜਾਰੀ ਹੈ। ਤੁਸੀਂ ਹੁਣ ਸੰਯੁਕਤ ਰਾਸ਼ਟਰ ਦੀ ਗੱਲ ਕੀਤੀ ਹੈ ਵੀ ਉਹ ਕਹਿੰਦਾ ਵੀ ਇਹ ਖਤਮ ਹੋ ਜਾਣੀ ਚਾਹੀਦੀ ਹੈ, ਪਰ ਸੰਯੁਕਤ ਰਾਸ਼ਟਰ ਜਿਹੜੀ ਸਥਾਈ ਸੁਰੱਖਿਆ ਕੌਂਸਲ ਉਹਦੇ ਮੈਂਬਰ ਇਹ ਸਾਰੇ ਪਰਮਾਣੂ ਸੰਪੰਨ ਰਾਜ ਨੇ, ਅਤੇ ਇਹ ਕਿਵੇਂ ਉਹ ਮੰਨਣਗੇ ਜਾਂ ਇਸ ਇਹੋ ਜਿਹਾ ਕੁਛ ਕਰਨਾ ਚਾਹੀਦਾ ਜਿਹਦੇ ਨਾਲ ਸੰਯੁਕਤ ਰਾਸ਼ਟਰ ਦੇ ਜਨਰਲ ਸੈਕਟਰੀ ਦਾ ਖੁਦ ਕਹਿਣ ਨਾਲ ਨਹੀਂ, ਕੁਛ ਉਹਨੂੰ ਅਮਲ 'ਚ ਵੀ ਲਿਆਉਣਾ ਚਾਹੀਦਾ ਕਿ ਨਹੀਂ? ਹਾਂ ਬਿਲਕੁਲ। ਉਦੋਂ ਅਸਲ 'ਚ ਜਿਵੇਂ ਪਹਿਲੇ ਸੰਸਾਰ ਜੰਗ ਤੋਂ ਬਾਅਦ ਇੱਕ ਸੰਸਥਾ ਦੁਨੀਆ ਦੀ ਬਣੀ ਲੀਗ ਆਫ ਨੇਸ਼ਨਸ, ਉਹ ਬਾਹਲੀ ਦੇਰ ਨਹੀਂ ਚੱਲੀ ਕਿਉਂਕਿ ਉਹ ਤਾਕਤਵਰ ਹੀ ਨਹੀਂ ਸੀ, ਤਾਕਤਵਰ ਦੇਸ਼ ਉਹਦੀ ਮੰਨਦੇ ਨਹੀਂ ਸੀ। ਫਿਰ ਉਹਦੇ ਮੁਕਾਬਲਤਨ ਜਿਹੜੀ UNO ਬਣੀ, ਇਹ ਉਹਦੇ ਮੁਕਾਬਲਤਨ ਇੱਕ ਠੀਕ ਆਰਗੇਨਾਈਜੇਸ਼ਨ ਬਣੀ। ਤੁਸੀਂ ਦੇਖੋ ਕਿ 6 ਅਗਸਤ ਨੂੰ ਬੰਬ ਡਿੱਗਦਾ ਅਤੇ 24 ਅਕਤੂਬਰ 1945 ਨੂੰ ਸੇਮ ਸਾਲ ਦੇ ਵਿੱਚ, ਅਤੇ ਲਗਭਗ 2 ਮਹੀਨੇ ਬਾਅਦ ਹੀ 2 ਮਹੀਨੇ 2.5 ਮਹੀਨੇ ਬਾਅਦ ਇੱਕ ਨਵੀਂ ਸੰਸਥਾ ਹੋਣ ਦੇ ਵਿੱਚ ਆਉਂਦੀ ਹੈ। ਇਹਦਾ ਮਤਲਬ ਇਹਦੀ ਗੱਲ ਵੀ ਪਹਿਲਾਂ ਹੀ ਚੱਲ ਰਹੀ ਹੋਣੀ ਹੈ ਜਿਹੜੀ ਵੀ। ਤਾਂ ਉਹਦੇ 'ਚ ਬਖਰੇਵਾਂ ਕੀ ਪਿਆ, ਉਹ ਕਿਵੇਂ ਬਣੀ, ਉਹਦਾ ਤਵਾਜ਼ਨ ਕਿਉਂ ਨਹੀਂ ਬਣਿਆ ਤਾਕਤਾਂ ਦਾ? ਤਵਾਜ਼ਨ ਇਸ ਕਰਕੇ ਨਹੀਂ ਬਣਿਆ ਕਿਉਂਕਿ ਉਹ 'ਚ ਜਿਹੜੀ ਜੇਤੂ ਧਿਰ ਸੀ ਉਹਨੇ ਆਪਣੇ ਕੋਲ ਹੱਕ ਰਾਖਵੇਂ ਰੱਖ ਲਏ ਉਸ ਸਮੇਂ ਦੇ, ਔਰ ਜੇਤੂ ਧਿਰ ਨੇ ਉਹਦੀ ਬਣਤਰ ਦਿਖਾਵਾ ਤਾਂ ਇਹ ਵੀ ਦਿਖਾਇਆ ਕਿ ਅੱਗੇ ਤੋਂ ਜੰਗ ਨਹੀਂ ਹੋਏਗੀ, ਇਹ ਵਿਚੋਲਗੀ ਕਰੂਗੀ, ਆਪਸੀ ਜਿੰਨੇ ਮਾਮਲੇ ਨੇ ਲੜਾਈਆਂ ਨਾਲ ਨਹੀਂ ਹੱਲ ਹੋਣਗੇ, ਬੈਠ ਕੇ ਗੱਲਬਾਤ ਨਾਲ ਹੱਲ ਕਰਿਆ ਕਰਾਂਗੇ। ਔਰ ਇੱਕ ਹਿਊਮਨ ਰਾਈਟਸ ਦਾ, ਮਨੁੱਖੀ ਅਧਿਕਾਰਾਂ ਦਾ ਇੱਕ ਬੜਾ ਵੱਡਾ ਜਿਹਨੂੰ ਸਰਬ ਵਿਆਪਕ ਐਲਾਨਨਾਮਾ ਕਿਹਾ ਜਾਂਦਾ ਹੈ, ਉਹ ਵੀ ਜਾਰੀ ਕੀਤਾ ਗਿਆ ਕਿ ਦੁਨੀਆ ਦੀਆਂ ਸਰਕਾਰਾਂ ਇਸ ਗੱਲ ਨੂੰ ਮੰਨਣਗੀਆਂ, ਅਸੀਂ ਵੀ ਇਸ ਗੱਲ ਨੂੰ ਮੰਨਾਂਗੇ। ਉਹ 'ਚ ਕਾਫੀ ਕੁਛ ਮਤਲਬ ਦਸਤਾਵੇਜ਼ੀ ਰੂਪ ਦੇ ਵਿੱਚ ਬਹੁਤ ਕੁਛ ਸੀ। ਪਰ ਜਿਹੜੇ ਉਹ 5 ਮੇਨ ਪਾਵਰ ਸੀ ਉਸ ਜੇਤੂ ਧਿਰ ਦੇ ਵੱਲ, ਔਰ ਉਹਦੇ 'ਚ 2 ਤਾਂ ਪਹਿਲੇ ਵੱਡੇ ਹੀ ਨੇ, ਅਮਰੀਕਾ ਅਤੇ ਸੋਵੀਅਤ ਯੂਨੀਅਨ। ਦੂਜੇ ਹੈਗੇ ਨੇ ਇਹੀ ਹੈ ਮਤਲਬ ਬਰਤਾਨੀਆ, ਨਾਲ ਉਹ ਵੀ ਲਿਆ ਕਿਉਂਕਿ ਉਹ ਵੀ ਇੱਕ ਪੁਰਾਣਾ ਉਹ ਸੀ। ਫਰਾਂਸ ਹੈ, ਉਹ ਵੀ ਇਸ ਪਾਸੇ ਵੱਲ ਸੀ, ਅਤੇ ਚਾਈਨਾ। ਅਤੇ ਅੱਜ ਵੀ ਇਹ ਵੱਡੇ ਧਿਰਾਂ ਦੇ ਤੌਰ 'ਤੇ ਹੀ ਉਦੋਂ ਤੋਂ ਨੇ। ਹੁਣ ਸਵਾਲ ਕੀ ਪੈਦਾ ਹੁੰਦਾ ਜਦੋਂ ਡੈਮੋਕਰੇਟਾਈਜ਼, ਇਸੇ ਕਰਕੇ ਅੱਜ ਕੱਲ੍ਹ ਇੱਕ ਗੱਲ ਚੱਲ ਰਹੀ ਹੈ ਡੈਮੋਕਰੇਟਾਈਜੇਸ਼ਨ ਆਫ UNO ਦਾ ਜਮਹੂਰੀਕਰਨ ਕਰਨ ਦੀ। ਹੁਣ UNO ਕੀ ਕਰੂਗੀ ਜੇਕਰ ਉਹਦਾ ਜਿਹੜਾ ਪੈਸਾ ਹੈ, ਬਜਟ ਹੈ, ਉਹ ਵੱਡੇ ਹਿੱਸੇ ਦਾ ਬਜਟ ਅਮਰੀਕਾ ਵੱਲੋਂ ਆਉਂਦਾ ਅਤੇ ਉਹ ਬਜਟ ਦੀ ਧਮਕੀ ਦੇ ਦਿੰਦਾ ਕਿ ਅਸੀਂ ਤਾਂ ਤੈਨੂੰ ਬਜਟ ਨਹੀਂ ਦੇਣਾ, ਤੁਸੀਂ ਕਰੋਗੇ ਤਾਂ ਕੀ ਕਰੋਗੇ। ਇਸੇ ਲਈ ਚਾਹੇ ਇਰਾਕ 'ਚ ਹਮਲਾ ਹੋਵੇ, ਚਾਹੇ ਉਹ ਅਫਗਾਨਿਸਤਾਨ 'ਚ ਫੌਜਾਂ ਦਾ ਮਾਮਲਾ ਹੋਵੇ, ਚਾਹੇ ਜਿੰਨੇ ਮਰਜ਼ੀ ਥਾਵਾਂ 'ਤੇ ਜੰਗਾਂ ਦੇ ਸਵਾਲ ਹੋਣ, ਅਮਰੀਕਾ ਨਹੀਂ ਮੰਨਦਾ UNO ਦੀ ਗੱਲ, ਤਾਂ ਕੀ ਕਰ ਦਿੰਦੇ ਹੋ। ਦੂਜੀ ਗੱਲ ਇਹ ਹੈ ਕਿ ਉੱਥੇ ਮੈਜੋਰਿਟੀ ਫੈਸਲੇ ਜਨਰਲ ਹਾਊਸ ਦੇ ਵਿੱਚ ਹੋਣੇ ਚਾਹੀਦੇ ਨੇ, ਜਿਹੜਾ ਸਾਰੇ ਦੇਸ਼ ਜਿਹਦੇ ਮੈਂਬਰ ਨੇ। ਪਰ ਇੱਕ ਹੱਕ ਜਿਹੜਾ ਸਭ ਤੋਂ ਖਤਰਨਾਕ ਹੱਕ ਹੈ ਉਹ ਵੀਟੋ ਦਾ ਹੱਕ ਹੈ। ਸਾਰੇ ਦੇਸ਼ ਵੀ ਇੱਕ ਪਾਸੇ ਹੋ ਜਾਣ, ਇੱਕ ਦੇਸ਼ ਜਿਹਦੇ ਕੋਲ ਵੀਟੋ ਆ ਉਹ ਵੀਟੋ ਲਾ ਦੇ ਅਤੇ ਉਹ ਫੈਸਲਾ ਲਾਗੂ ਨਹੀਂ ਹੋਏਗਾ। ਤਾਂ ਉਹ ਕਿਹੋ ਜਿਹੀ ਪੰਚਾਇਤ ਹੈ ਦੁਨੀਆ ਦੀ ਜਿਹੜੀ ਪੰਚਾਇਤ ਦੇ ਸਾਰੇ ਸਮੂਹਿਕ ਫੈਸਲੇ ਨੂੰ ਇੱਕ ਬੰਦਾ ਪ੍ਰਭਾਵਿਤ ਜਾਂ ਇੱਕ ਕੰਟਰੀ ਜਾਂ ਇੱਕ ਪ੍ਰਭਾਵਿਤ ਕਰ ਦਿੰਦਾ। ਇਸੇ ਲਈ ਇਹ ਚੀਜ਼ ਚੱਲ ਰਹੀ ਹੈ ਕਿ ਇਹ ਡਿਮਾਂਡ ਦੇ ਤੌਰ 'ਤੇ, ਹਾਲਾਂਕਿ ਪਰ ਅਜੇ ਉਹ ਸੀਮਤ ਹੈ, ਕੁਝ ਬੌਧਿਕ ਹਲਕਿਆਂ ਵੱਲੋਂ ਅਤੇ ਕੁਝ ਹੋਰ ਦੇਸ਼ਾਂ ਵੱਲੋਂ ਹੈ। ਭਾਰਤ ਵਰਗੇ ਦੇਸ਼ ਵੱਲੋਂ ਹਾਲਾਂਕਿ ਇਹਨੂੰ ਲੀਡ ਲੈਣਾ ਚਾਹੀਦਾ ਸੀ, ਜਿਹੜਾ ਕਹਿੰਦਾ ਸੀ ਅਸੀਂ ਨੌਨ ਅਲਾਈਨ, ਅਸੀਂ ਕਿਸੇ ਗਰੁੱਪ ਨਾਲ ਨਹੀਂ ਹੈ। ਜਿਹੜੀ ਉਦੋਂ ਦੂਜੀ ਸੰਸਾਰ ਜੰਗ ਤੋਂ ਬਾਅਦ ਗਰੁੱਪ ਵਿੱਚ ਇੱਕ ਬਲਾਕ ਸੋਵੀਅਤ ਯੂਨੀਅਨ ਦਾ ਬਣ ਗਿਆ, ਇੱਕ ਅਮਰੀਕਾ ਦਾ। ਭਾਰਤ ਕਹਿੰਦਾ ਸੀ ਅਸੀਂ ਉਹ ਹਾਂ, ਪਰ ਇਹ ਕੀ ਕਹਿੰਦਾ, ਇਹ ਜ਼ੋਰ ਕਿੱਥੇ ਲਾਉਂਦਾ ਹੈ? ਇਹ ਕਹਿੰਦਾ ਜਿਹੜੇ ਪਰਮਾਨੈਂਟ ਮੈਂਬਰ ਨੇ 10, ਉਹਨਾਂ ਵਿੱਚ ਵੀ ਸਾਡੀ ਵੀ ਪਰਮਾਨੈਂਟ ਸੀਟ ਹੋ ਜੇ, ਪੱਕੀ ਸੀਟ ਹੋ ਜੇ। ਤੁਸੀਂ ਇਹ ਗੱਲਾਂ ਨਹੀਂ ਕਰ ਰਹੇ, ਤੁਸੀਂ ਕਹਿ ਰਹੇ ਹੋ ਵੀ ਜਿਹੜਾ ਜਿਵੇਂ ਹੁਣ ਮੋਦੀ ਕੈਬਨਿਟ ਹੈ, ਕੈਬਨਿਟ 'ਚ ਮੇਰੀ ਵੀ ਕੁਰਸੀ ਹੈ। ਜੇ ਤੁਸੀਂ ਲੋਕਾਂ ਦੇ ਅਧਿਕਾਰਾਂ ਦੀ ਇੱਕ ਗੱਲ ਹੁੰਦੀ ਹੈ ਕਿ ਸਭ ਨੂੰ ਬਰਾਬਰ ਦੇ ਅਧਿਕਾਰ ਹੋਣ,
ਜਨਰਲ ਕੌਂਸਲ ਨੂੰ ਹੁਣ ਵੀਟੋ ਪਾਵਰ ਖਤਮ ਹੋਵੇ ਤਾਂ ਤੁਸੀਂ ਦੁਨੀਆ ਦੇ ਲੀਡਰ ਬਣੋਗੇ, ਤਾਂ ਤੁਸੀਂ ਦੁਨੀਆ ਤੁਹਾਨੂੰ ਕਹੇਗੀ, ਤੁਹਾਡੇ ਮਗਰ ਚੱਲੇਗੀ, ਮੈਜੋਰਿਟੀ ਦੇਸ਼ ਮਗਰ ਚੱਲਣਗੇ, ਇੱਕ ਰਾਏ ਬਣੇਗੀ, ਲੋਕ ਰਾਏ ਬਣੇਗੀ, ਦੇਸ਼ਾਂ ਦੀ ਰਾਏ ਬਣੇਗੀ, ਤਾਂ ਉਹਦੇ 'ਚ ਕੁਝ ਨਾ ਕੁਝ ਅਮੈਂਡਮੈਂਟਸ, ਕੁਝ ਨਾ ਕੁਝ ਸੁਧਾਰ ਉਸ ਲੈਵਲ ਤੇ ਆਉਣਗੇ। ਉਹ ਰਾਏ ਦੀ ਲੋੜ ਹੈ, ਪਬਲਿਕ ਰਾਏ ਦੀ, ਜਿਹੜੀ ਉਹਨੂੰ ਖਤਮ ਕਰਦੀ ਹੈ। ਤੇ ਅਗਲੀ ਗੱਲ ਇਹ ਹੈ ਕਿ ਇਸੇ ਕਰਕੇ, ਕਿਉਂਕਿ ਯੂਐਨਓ 'ਚ ਉਹਨਾਂ ਨੂੰ ਵੀਟੋ ਪਾਵਰ ਹੈ, ਇਸੇ ਕਰਕੇ ਜਿਹੜੀਆਂ ਉਹਨਾਂ ਨੇ ਸੰਧੀਆਂ, ਇਹਨੂੰ ਡਿਸਆਰਮਮੈਂਟ ਮੂਵਮੈਂਟ ਦੇ ਦਬਾਅ ਹੇਠ, ਨਿਸ਼ਸਤਰੀਕਰਨ ਦੇ ਦਬਾਅ ਹੇਠ ਜਿਹੜੀਆਂ ਕੁਝ ਸੰਧੀਆਂ ਹੋਈਆਂ ਨੇ, ਉਹ ਵੀ ਉਹਨਾਂ ਦੇ ਫੇਵਰ 'ਚ ਜਾਂਦੀਆਂ ਨੇ। ਜਿਵੇਂ ਨਿਊਕਲੀਅਰ ਨਾਨ ਪ੍ਰੋਲੀਫਰੇਸ਼ਨ ਟਰੀਟੀ ਹੈ, ਜਿਹੜੀ ਪਰਮਾਣੂ ਅਪਸਾਰ ਸੰਧੀ ਜਿਹਨੂੰ ਕਿਹਾ ਜਾਂਦਾ ਹੈ। ਉਹ ਕਹਿੰਦੇ ਜਿਨ੍ਹਾਂ ਕੋਲ ਤਾਂ ਪਹਿਲਾਂ ਪਰਮਾਣੂ ਬੰਬ ਹੈਗਾ ਉਹ ਤਾਂ ਠੀਕ ਹੈ, ਨਵੇਂ ਨੂੰ ਨਹੀਂ ਬਣਾਉਣ ਦਿੰਦੇ। ਨਵਾਂ ਜੇ ਬਣਾਊਗਾ ਤਾਂ ਉਹਦੇ ਖਿਲਾਫ ਅਸੀਂ ਇਕੱਠੇ ਹੋ ਜਾਵਾਂਗੇ। ਮਤਲਬ ਅਸੀਂ ਬੌਸ ਬਣੇ ਰਹਿਣਾ ਪਰਮਾਨੈਂਟਲੀ, ਆਪਣੇ ਨਹੀਂ ਅਜੇ ਛੇੜਨੇ, ਆਪਣੇ ਅਸੀਂ ਬਾਅਦ ਦੇ ਵਿੱਚ ਦੇਖਾਂਗੇ। ਜਿਵੇਂ ਪਾਕਿਸਤਾਨ ਅਤੇ ਭਾਰਤ ਦੋ ਇਹੋ ਜਿਹੇ ਦੇਸ਼ ਨੇ ਜਿਨ੍ਹਾਂ ਨੇ ਬੰਬ ਵਿਸਫੋਟ ਕੀਤੇ, ਪਰਮਾਣੂ ਬੰਬ ਬਣਾਇਆ। ਪਹਿਲਾਂ 74 'ਚ ਕੀਤਾ ਭਾਰਤ ਨੇ, ਫਿਰ ਵਾਜਪਾਈ ਗੌਰਮੈਂਟ ਵੇਲੇ ਉਦੋਂ ਬਾਅਦ ਕੀਤਾ, ਉਹਦੇ ਨਾਲ ਹੀ ਪਾਕਿਸਤਾਨ ਨੇ ਕੀਤੇ। ਇਹਨਾਂ 'ਤੇ ਆਰਥਿਕ ਸੈਂਕਸ਼ਨਾਂ ਲੱਗੀਆਂ। ਉਹ ਆਰਥਿਕ ਸੈਂਕਸ਼ਨਾਂ ਦਾ ਜੋ ਲੋਕਾਂ 'ਤੇ ਹਾਲ ਪੈਂਦਾ, ਜੋ ਭੁੱਖਮਰੀ ਫੈਲਦੀ ਹੈ, ਜੋ ਤੁਸੀਂ ਬਾਕੀ ਹਿਊਮਨ ਟ੍ਰੈਜਡੀ ਜਿਹੜੀ ਹੁੰਦੀ ਹੈ ਮਨੁੱਖੀ ਉਸ ਲੈਵਲ ਦੀ, ਉਹ ਉਹਦੇ ਨਾਲ ਪ੍ਰਭਾਵਿਤ ਹੁੰਦੇ ਹੋ। ਹੁਣ ਚਾਹੀਦਾ ਇਹ ਸੀ, ਜਾਂ ਤਾਂ ਇਹ ਸਾਰੇ ਲੋਕ ਇਹ ਕਹਿੰਦੇ ਕਿ ਉਹ ਸੰਧੀ ਨੂੰ ਦਰੁਸਤ ਕਰੋ, ਉਹਦੇ ਵਿੱਚੋਂ ਜਿਹਨੂੰ ਵੀਟੋ ਪਾਵਰ ਜਿਹਦੇ ਕੋਲ ਹੈ ਤਾਂ ਉਹ ਖਤਮ ਕਰਕੇ, ਜਾਂ ਜੇ ਵੀਟੋ ਪਾਵਰ ਜਿੰਨਾ ਚਿਰ ਖਤਮ ਨਹੀਂ ਹੁੰਦੀ, ਘੱਟੋ ਘੱਟ ਉਹ ਸੰਧੀ ਤਾਂ ਠੀਕ ਕਰ ਲਓ ਵੀ ਅਸੀਂ ਵੀ ਆਹ ਇੱਕ ਟਾਰਗੇਟ ਰੱਖ ਕੇ, ਇੱਕ ਲਿਮਟ ਰੱਖ ਕੇ ਸਾਲ ਦਰ ਸਾਲ, ਕਿ ਇੰਨੇ ਅਸੀਂ ਇਸ ਪੜਾਅਦਾਰ ਸਮਾਂਬੱਧ ਰੂਪ ਦੇ ਵਿੱਚ ਇਹਨਾਂ ਨੂੰ ਖਤਮ ਕਰਾਂਗੇ। ਅਤੇ ਖਤਮ ਕਰਨ ਦੀ ਕਿਤੇ ਗੱਲ ਉਸ ਲੈਵਲ 'ਤੇ ਅਜੇ ਤੱਕ ਵੀ ਨਹੀਂ ਹੋ ਰਹੀ। ਤੇ ਹਮੀਰ ਜੀ, ਆਪਾਂ ਹੁਣ ਇਹਦੇ ਪਰਮਾਣੂ ਜਿਹੜੇ ਹੈਗੇ, ਇਹਦੇ ਆਪਾਂ ਬੜਾ ਖਤਰਨਾਕ ਹੈ, ਮਤਲਬ ਕਿ ਇਹਦੇ ਬਾਰੇ ਬਸ ਸੋਚਿਆ ਨਹੀਂ ਜਾਂਦਾ ਕਿਸੇ ਵੀ ਹੱਦ ਤੱਕ। ਇਹਦੇ ਫਾਇਦੇ ਵੀ ਨੇ, ਪਰਮਾਣੂ ਪਲਾਂਟ ਲੱਗਦੇ ਨੇ ਬਿਜਲੀ ਦੇ ਜਾਂ ਹੋਰ ਕੰਮ ਨੇ। ਇਹਦੇ ਵੱਲ ਕਿਉਂ ਨਹੀਂ ਵਧਿਆ ਜਾਂਦਾ ਜ਼ਿਆਦਾ, ਜਾਂ ਜਿਹੜੇ ਪਏ ਨੇ ਉਹਨਾਂ ਨੂੰ ਇਸ ਦੇ ਵੱਲ ਕਿਉਂ ਕਨਵਰਟ ਨਹੀਂ ਕੀਤਾ ਜਾਂਦਾ? ਜੇ ਇਹ ਹੋ ਜੇ ਤਾਂ ਮੈਂ ਕਿਹਾ ਸੋਨੇ ਦੇ ਸੁਹਾਗੇ ਵਾਲੀ ਗੱਲ ਹੋ ਗਈ ਕਿ ਮਾੜੀ ਚੀਜ਼ ਨੂੰ ਚੰਗੀ ਚੀਜ਼ 'ਚ ਬਦਲਿਆ ਜਾ ਸਕਦਾ। ਨਹੀਂ, ਵੈਸੇ ਤਾਂ ਜਿਹੜੀ ਪਹਿਲਾਂ ਲੋਕ ਦਲੀਲ ਦਿੰਦੇ ਸੀ ਕਿ ਪਰਮਾਣੂ ਬਿਜਲੀ ਬਣਾਏ, ਪਰ ਉਸ ਬਿਜਲੀ ਦਾ ਜੋ ਇਨਵਾਇਰਨਮੈਂਟ 'ਤੇ ਕ੍ਰਾਈਸਿਸ ਆ ਰਿਹਾ ਹੈ, ਵਾਤਾਵਰਨ 'ਤੇ ਇਸ ਸਮੇਂ ਇੰਪੈਕਟ ਪੈ ਰਿਹਾ, ਇਹਦਾ ਵੱਡੇ ਵੱਡੇ ਪੱਧਰ 'ਤੇ ਵਿਰੋਧ ਹੋ ਰਿਹਾ। ਜਾਪਾਨ ਨੇ ਮੁੜ ਕੇ ਨਹੀਂ ਲਾਇਆ, ਅਮਰੀਕਾ ਨੇ ਉਦੋਂ ਬਾਅਦ ਨਹੀਂ ਲਾਇਆ, ਅਤੇ ਕਿੰਨੇ ਲੋਕਾਂ ਨੇ ਬੰਦ ਕਰਤੇ। ਸਾਡੇ ਵੀ ਜਦੋਂ ਲਾਉਣ ਨੂੰ ਲੱਗੇ ਕਈ ਜਗ੍ਹਾ 'ਤੇ, ਸਾਊਥ ਦੇ ਵਿੱਚ ਤਾਂ ਬਹੁਤ ਬੜਾ ਵਿਰੋਧ ਚੱਲ ਹੀ ਰਿਹਾ ਜਦੋਂ ਪੰਜਾਬ 'ਚ, ਕਿਉਂਕਿ ਹੁਣ ਕਾਫੀ ਨਵੇਂ ਤੱਥ ਸਾਹਮਣੇ ਆ ਗਏ। ਇੱਕ ਸਮੇਂ ਉਹਨੂੰ ਕਲੀਨ ਐਨਰਜੀ ਦਾ ਰੂਪ ਦਿੱਤਾ ਜਾਂਦਾ ਸੀ, ਪਰ ਉਹਦੇ ਪਿੱਛੇ ਇਹ ਹੈ ਕਿ ਜੇ ਮਾੜੀ ਜਿਹੀ ਲੀਕੇਜ ਹੁੰਦੀ ਹੈ, ਕਿਤੇ ਵੀ ਕੋਈ ਘਟਨਾ ਵਾਪਰ ਜਾਂਦੀ ਹੈ, ਖਾਸ ਤੌਰ 'ਤੇ ਸਾਡੇ ਭੋਪਾਲ ਗੈਸ ਵਾਲੇ ਤੋਂ ਲੋਕਾਂ ਨੇ ਜਾਣਿਆ। ਇਸ ਲਈ ਉਹ ਟੈਕਨੋਲੋਜੀ, ਜਿਹੜੀ ਟੈਕਨੋਲੋਜੀ ਫਾਰ ਦੀ ਟਾਈਮਿੰਗ ਸ਼ਾਇਦ ਤੁਹਾਨੂੰ ਲੱਗਦਾ ਹੋਵੇ ਆਹ ਸੁਵਿਧਾ ਦੇ ਰਹੀ ਹੈ, ਪਰ ਜੇ ਇਹਦਾ ਇਨ ਦੀ ਲੌਂਗ ਰਨ ਜਿਸ ਲੈਵਲ ਦਾ ਕ੍ਰਾਈਸਿਸ ਉਹ ਖੜਾ ਕਰੂਗੀ, ਜਿਹੜਾ ਤੁਹਾਡੇ ਕੋਲ ਹੱਲ ਕਰਨ ਦਾ ਕੋਈ ਸਾਧਨ ਹੈ ਨਹੀਂ ਉਹਨੂੰ, ਤਾਂ ਉਸ ਤਰ੍ਹਾਂ ਤੁਰਨ ਦੀ ਲੋੜ ਨਹੀਂ। ਹਾਂ, ਇੱਕ ਗੱਲ ਹੈ, ਪਹਿਲੀ ਗੱਲ ਤਾਂ ਇਹ ਮਨ ਬਣਾਉਣ ਦੀ ਲੋੜ ਹੈ ਦੁਨੀਆ ਨੂੰ, ਇਕੱਲਾ ਪਰਮਾਣੂ ਦਾ ਸਵਾਲ ਨਹੀਂ। ਜਦੋਂ ਦੁਨੀਆ ਅੰਤਰ ਨਿਰਭਰ ਹੋ ਗਈ 1945 ਤੋਂ ਬਾਅਦ, 1945 ਤੋਂ ਬਾਅਦ ਇੱਕ ਗੱਲ ਸਥਾਪਿਤ ਹੋ ਚੁੱਕੀ ਹੈ ਕਿ ਹੁਣ ਫੌਜਾਂ ਦੇ ਰਾਹੀਂ ਕਿਸੇ ਦੂਜੇ ਦੇਸ਼ ਨੂੰ ਕੰਟਰੋਲ ਕਰਨ ਦਾ ਦੌਰ ਚਲਾ ਗਿਆ। 45 ਤੋਂ ਬਾਅਦ ਅਸੀਂ ਵੀ ਆਜ਼ਾਦ ਹੋਏ, ਜਿੰਨੇ ਦੇਸ਼ ਹੋਏ ਆਜ਼ਾਦ ਹੋਏ, ਕਿੰਨੇ ਹੀ ਦੇਸ਼ ਹੋ ਗਏ ਜਿਹੜੇ ਆਜ਼ਾਦ ਹੋ ਗਏ, ਕਿਉਂਕਿ ਉੱਥੇ ਕਾਇਮ ਰਹਿਣਾ ਹੀ ਮੁਸ਼ਕਲ ਹੈ। ਅਮਰੀਕਾ ਨੇ, ਜੋਸਫ ਸਟਿਗਲਟਸ ਨੇ ਇੱਕ ਕਿਤਾਬ ਲਿਖੀ ਹੈ $3 ਟ੍ਰਿਲੀਅਨ ਵਾਰ, ਉਹ ਇਰਾਕ ਦੇ ਯੁੱਧ ਬਾਰੇ ਹੈ। ਇਰਾਕ ਦੇ ਯੁੱਧ 'ਚੋਂ ਕਹਿੰਦਾ ਅਮਰੀਕਾ ਦਾ $3 ਟ੍ਰਿਲੀਅਨ ਖਰਚ ਹੋ ਗਿਆ, ਅਤੇ ਇਰਾਕ 'ਚੋਂ ਫੌਜਾਂ ਕੱਢੀਆਂ ਨਾ, ਉੱਥੇ ਨਹੀਂ ਰਹਿ ਪਾਇਆ ਜਿੰਨਾ ਮਰਜ਼ੀ ਜ਼ੋਰ ਲਾ ਲਿਆ। ਅਫਗਾਨਿਸਤਾਨ ਤੋਂ ਅਮਰੀਕੀ ਫੌਜਾਂ ਬਾਹਰ ਗਈਆਂ ਨੇ, ਅਤੇ ਰੂਸ ਪਹਿਲਾਂ ਲੈ ਚੁੱਕੇ ਆ। ਹੁਣ ਉਹ ਤਰੀਕਾ ਨਹੀਂ, ਹੁਣ ਦੂਜਾ ਤਰੀਕਾ ਹੈ ਜਿਹੜਾ ਜਿਹਨੂੰ ਨਵੋਦਾਰਵਾਦ ਕਹਿੰਦੇ ਆ, ਅਤੇ ਨਿਊ ਕਲੋਨੀਅਲਿਜ਼ਮ ਵੀ ਲੋਕ ਕਹਿੰਦੇ ਨੇ ਉਸ ਲੈਵਲ 'ਤੇ। ਹੁਣ ਇਕਨੋਮਿਕ ਤਰੀਕੇ ਦਾ ਦਾਅਵਾ, ਸਾਈਕੋਲੋਜੀਕਲ ਦੇ ਮਨੋਵਿਗਿਆਨਕ ਤਰੀਕੇ ਦਾ ਦਾਅਵਾ, ਜਾਂ ਆਪਣੀਆਂ ਪਾਲਿਸੀਆਂ ਲਿਜਾਣਾ, ਪ੍ਰੋਫਿਟ ਕਮਾਉਣਾ, ਉਹ ਹੈ। ਹੁਣ ਉਹ ਡਾਇਰੈਕਟ ਵਾਲਾ ਰਿਹਾ ਨਹੀਂ। ਜੇ ਡਾਇਰੈਕਟ ਵਾਲਾ ਨਹੀਂ ਰਿਹਾ, ਇੱਕ ਦੇਸ਼ ਤੇ ਦੂਜੇ 'ਚ ਜਿੱਤ ਹਾਰ ਹੋਏ ਨਹੀਂ ਸੀ। ਜਿਵੇਂ ਭਾਰਤ ਅਤੇ ਪਾਕਿਸਤਾਨ ਨੇ, ਦੋਨੋਂ ਪਰਮਾਣੂ ਸ਼ਕਤੀਆਂ ਨੇ, ਅਸੀਂ ਕਿੰਨੀਆਂ ਜੰਗਾਂ ਲੜੀਆਂ, ਕੌਣ ਜਿੱਤਿਆ ਅਤੇ ਕੌਣ ਹਾਰਿਆ, ਇੱਕ ਨੋਰਮਲ ਭੁਲੇਖਾ ਜਿਹਾ ਹੀ ਹੈ। ਅਸੀਂ ਕਹਿੰਦੇ ਅਸੀਂ ਜਿੱਤੇ ਜੀ, ਫਲਾਨਾ ਕੀਤਾ, ਅਤੇ ਉਹਦਾ ਕੀ ਹੋਇਆ? ਉਹਦਾ ਕੋਈ ਥਾਂ ਦੱਬਿਆ? ਉਹਦੇ 'ਤੇ ਕੋਈ ਤੁਸੀਂ ਰੂਲ ਕਰ ਰਹੇ ਹੋ, ਕੋਈ ਗੱਲ ਕਿਤੇ ਕਰ ਰਹੇ ਹੋ ਇੱਕ ਦੂਜੇ 'ਤੇ? ਇਹਦਾ ਮਤਲਬ ਹੁਣ ਇੱਥੇ ਲਿਆ ਕੇ ਪਰਮਾਣੂ ਨੇ ਖਾਸ ਤੌਰ 'ਤੇ ਖੜਾ ਕਰਤਾ ਕਿ ਜੇ ਅਗਲੀ ਕੋਈ ਜੰਗ ਹੁੰਦੀ ਹੈ, ਤੀਜੀ ਸੰਸਾਰ ਜੰਗ, ਜੇ ਉਹ 'ਚ ਪਰਮਾਣੂ ਵਰਤਿਆ ਜਾਂਦਾ, ਜਿਹੜਾ ਪਰਮਾਣੂ 6 ਅਗਸਤ 1945 ਨੂੰ ਵਰਤਿਆ ਗਿਆ ਸੀ, ਉਹ ਤੋਂ
ਕਿੰਨੇ ਹੀ ਗੁਣਾ ਜ਼ਿਆਦਾ ਤਾਕਤਵਰ ਬੰਬ ਨੇ ਹੁਣ ਤਾਂ। ਉਹ ਤਾਂ ਬਹੁਤ ਛੋਟਾ ਤੇ ਬਹੁਤ ਗੱਲ ਸੀ। ਤਾਂ ਕਿਹਾ ਜਾਂਦਾ ਕਿ ਹੁਣ ਇੰਨੇ ਪਰਮਾਣੂ ਬੰਬ ਨੇ, ਇਹ ਧਰਤੀ ਨੂੰ 55 ਸਕਿੰਟਾਂ 'ਚ ਆਪਣੀ ਧੁਰੀ ਤੋਂ ਹਿਲਾ ਸਕਦੇ ਨੇ ਜੇਕਰ ਉਹ ਚੱਲਦੇ ਨੇ ਉਸ ਲੈਵਲ ਤੇ। ਔਰ ਇਹ ਤਾਂ ਜੇ ਕਿਸੇ ਬੇਵਕੂਫ ਦੇ ਹੱਥ 'ਚ ਉਹੀ ਆ ਜਾਣ, ਕੋਈ ਪ੍ਰੈਜ਼ੀਡੈਂਟ ਬਣ ਜੇ ਕਿਸੇ ਦਾ, ਮਤਲਬ ਬਟਨ ਚੱਲ ਜੇ ਨਾ, ਐਕਸੀਡੈਂਟਲ ਵੀ ਤਾਂ ਚੀਜ਼ਾਂ ਹੁੰਦੀਆਂ ਨੇ, ਕੋਈ ਜ਼ਰੂਰੀ ਨਹੀਂ ਆ ਜਾਣ ਬੁੱਝ ਕੇ ਕਈ ਚੀਜ਼ਾਂ ਹੁੰਦੀਆਂ ਨੇ। ਜੇ ਤੁਹਾਡੇ ਕੋਲ ਇਹੋ ਜਿਹਾ ਸਮਾਨ ਪਿਆ ਜਿਹੜਾ ਐਕਸੀਡੈਂਟ ਵੀ ਕਰਾ ਦੇ, ਤੁਹਾਡੇ ਕੋਲ ਕੋਈ ਰੋਕਣ ਦਾ ਸਕੋਪ ਨਹੀਂ ਹੈ। ਇਸ ਕਰਕੇ ਪਹਿਲੀ ਗੱਲ ਤਾਂ ਉਹਨੇ ਜਿੱਤ ਹਾਰ ਦਾ ਫੈਸਲੇ ਵਾਲਾ ਕੰਮ ਖਤਮ ਕਰਤਾ, ਤੇ ਜਿਹੜਾ ਚਲਾਊ ਉਹ ਵੀ ਮਰਦਾ, ਤੇ ਜਿਹੜਾ ਮਤਲਬ ਜਿਹਦੇ ਛੱਟੋਗੇ ਉਹ ਤਾਂ ਚਲੋ ਹੈ ਹੀ ਹੈ। ਔਰ ਕਿਹਾ ਜਾਂਦਾ ਵੀ ਜੇ ਪਾਕਿਸਤਾਨ ਚਲਾ ਦੇ ਤਾਂ ਉਹ ਬੜੀ ਦੂਰ ਤੱਕ ਹਿੰਦੁਸਤਾਨ ਨਹੀਂ ਬਚਣਾ, ਜੇ ਹਿੰਦੁਸਤਾਨ ਚਲਾ ਦੇ ਪਾਕਿਸਤਾਨ ਤਾਂ ਬਿਲਕੁਲ ਹੀ ਨਹੀਂ ਬਚਣਾ, ਸਾਰਾ ਕੁਝ ਹੀ ਹੋ ਜੂ। ਜਿਹੜੇ ਬਾਅਦ ਚ ਮਰਦੇ ਨੇ ਉਹਨਾਂ ਨੂੰ ਜੰਗਾਂ ਤੋਂ ਤੋਬਾ ਕਰਨੀ ਪਏਗੀ। ਔਰ ਜੰਗਾਂ ਤੇ ਜਿਹੜਾ ਪੈਸਾ ਖਰਚ ਹੋ ਰਿਹਾ, ਜਿੰਨਾ ਇਹਨੂੰ ਸੰਭਾਲਣ ਤੇ ਖਰਚ ਹੋ ਰਿਹਾ, ਉਹ ਖਰਚੇ ਦਾ ਤੁਹਾਡੇ ਕੋਲ ਕਿੰਨੇ ਹੀ ਲੋਕ ਨੇ, ਤੁਸੀਂ ਦੇਖੋ, ਜਿਹੜੇ ਅਨਪੜ੍ਹ ਨੇ, ਜਿਹਨਾਂ ਨੂੰ ਵਿੱਦਿਆ ਨਹੀਂ ਮਿਲਦੀ। ਸਾਡਾ ਇੱਕ ਸਰਵੇ ਛਪਿਆ ਹੁਣ ਸਾਡੇ ਦੇਸ਼ 'ਚ ਤਾਂ 59% ਬੱਚੇ ਸਟੰਟਡ ਗਰੋਥ ਹੈ, ਪੂਰੇ ਖੁਰਾਕ ਨਾ ਮਿਲਣ ਕਰਕੇ, ਪੌਸ਼ਟਿਕ ਭੋਜਨ ਨਾ ਮਿਲਣ ਕਰਕੇ ਉਹਨਾਂ ਦੀ ਠੀਕ ਤੰਦਰੁਸਤੀ। ਇਹਦੇ 'ਚੋਂ ਪਲੇਅਰ ਕੱਢਦੇ ਅਸੀਂ 59% 'ਚੋਂ। ਫਿਰ 59% ਤਾਂ ਬੱਚੇ ਵਿਚਾਰੇ, ਪਲੇਅਰ ਤਾਂ ਬਾਅਦ ਦੀ ਗੱਲ ਹੈ, ਉਹ ਤਾਂ ਉਨੇ ਜੋਗੇ ਹੀ ਹੈ ਨਹੀਂ। ਤੇ ਤੁਸੀਂ ਉਨੇ ਜੋਗੇ ਤਾਂ ਬਣਾਓ, ਉਹਨਾਂ ਨੂੰ ਘੱਟੋ ਘੱਟ ਖੁਰਾਕ ਦਾ ਬੰਦੋਬਸਤ ਕਰੋ, ਰੋਜੀ ਰੋਟੀ ਦਾ ਬੰਦੋਬਸਤ ਕਰੋ, ਸਿਹਤ ਸਹੂਲਤਾਂ ਦਾ ਬੰਦੋਬਸਤ ਕਰੋ। ਔਰ ਇੱਕ ਕੰਪੈਰੀਜ਼ਨ ਹੈ, MC ਭਾਰਦਵਾਜ ਇੱਕ ਹੁੰਦੇ ਸੀ, ਉਹਨਾਂ ਨੇ ਇੱਕ ਕਿਤਾਬ ਲਿਖੀ ਸੀ, ਬੰਬ ਜਾਂ ਰੋਟੀ। ਤੇ ਬੰਬ ਜਾਂ ਰੋਟੀ ਤੁਹਾਡੀ ਤਰਜੀਹ ਕੀ ਹੈ? ਮਤਲਬ ਅਸੀਂ 2,49,000 ਕਰੋੜ ਦਾ ਡਿਫੈਂਸ ਬਜਟ ਹੈ ਜਿਹੜਾ ਸਾਰਿਆਂ ਤੋਂ ਕਹਿੰਦਾ, 20 ਅਰਬ ਡਾਲਰ ਸਭ ਤੋਂ ਵੱਡਾ ਖਰੀਦਦਾਰ ਇੰਡੀਆ ਹੈ ਹਥਿਆਰਾਂ ਦਾ, ਜਿਹੜਾ ਵਿਦੇਸ਼ਾਂ ਤੋਂ ਹਥਿਆਰ ਖਰੀਦ ਰਿਹਾ। ਤੇ ਦੂਜੇ ਪਾਸੇ ਸਾਡੇ ਕੋਲ ਸਾਰਾ ਕੁਛ ਹੈ, ਕੋਵਿਡ ਆ ਗਿਆ, ਸਾਡੇ ਕੋਲ ਆਕਸੀਜਨ ਨਹੀਂ, ਸਾਡੇ ਕੋਲ ਬੈੱਡ ਨਹੀਂ, ਸਾਡੇ ਕੋਲ ਡਾਕਟਰ ਨਹੀਂ, ਸਾਡੇ ਕੋਲ ਕੋਈ ਸਟਾਫ ਨਹੀਂ ਹੈ, ਸਾਡੇ ਕੋਲ ਤਨਖਾਹਾਂ ਦੇਣ ਲਈ ਪੈਸੇ ਨਹੀਂ ਹੈ। ਤੇ ਦੂਜੇ ਪਾਸੇ ਇਹ ਹਾਲ ਹੈ। ਸਾਡੀ ਤਰਜੀਹ ਕੀ ਹੈ, ਪ੍ਰਾਇਓਰਟੀ ਕੀ ਹੈ? ਇਹੋ ਜਿਹੇ ਹਿਸਟੋਰੀਕਲ ਮੌਕਿਆਂ 'ਤੇ ਮੈਨੂੰ ਤਾਂ ਇੱਕ ਖੇਦ ਹੈ ਇਸ ਲੈਵਲ ਦਾ। ਮੈਂ ਨਹੀਂ ਕਿਸੇ TV ਚੈਨਲ 'ਤੇ ਕਿਸੇ ਅਖਬਾਰਾਂ 'ਚ ਡਿਬੇਟ ਸੁਣੀ ਇਸ ਦੇ, ਕਿਉਂਕਿ ਹਿਸਟੋਰੀਕਲ ਮੌਕੇ ਡਿਬੇਟਾਂ ਨਹੀਂ ਹੁੰਦੇ ਨੇ। ਕੱਲ੍ਹ ਵਾਲੇ ਮੈਂ ਉਹਦੇ 'ਤੇ ਡਿਬੇਟਾਂ ਕਿੰਨੀਆਂ ਸੁਣਦਾ ਵੀ ਅਸੀਂ ਜੀ 370 ਤੋੜ ਕੇ ਦੇਖੋ ਜਸ਼ਨ ਮਨਾਓ, ਰਾਮ ਮੰਦਰ ਦਾ ਇੱਕ ਦੁਬਾਰਾ ਉੱਥੇ ਜੋਗੀ ਜਾ ਰਿਹਾ ਉਹਦੇ 'ਤੇ ਜਸ਼ਨ ਮਨਾਓ। ਐਡੇ ਵੱਡੇ ਤਬਾਹਕੁਨ ਫੈਸਲੇ ਜਿਹੜੇ ਲਗਾਤਾਰ ਤਬਾਹਕੁਨ ਮਾਹੌਲ ਸਿਰਜ ਰਹੇ ਨੇ, ਇਸ ਤੋਂ ਬਾਅਦ ਵੀ ਇਹਦੇ ਤੋਂ ਗੁਰੇਜ਼ ਕਰਨ ਦੀ ਲੋੜ ਹੈ। ਇੱਕ ਇਹੋ ਜਿਹੀ ਪਬਲਿਕ ਰਾਏ, ਇਹੋ ਜਿਹੀ ਡਿਬੇਟ, ਇਹੋ ਜਿਹਾ ਬਿਰਤਾਂਤ ਸਿਰਜਣ ਦੀ ਜ਼ਰੂਰਤ ਹੈ, ਜਿਹੜੀ ਖਾਸ ਤੌਰ 'ਤੇ ਪਹਿਲਾਂ ਤਾਂ ਇੰਟੈਲੈਕਚੁਅਲ ਕਲਾਸ ਹੀ ਸਿਰਜ ਸਕਦੀ ਹੈ, ਅਤੇ ਉਸ ਤੋਂ ਬਾਅਦ ਬਾਕੀ ਦੇ ਸਵਾਲ, ਬਾਕੀ ਦੇ ਲੋਕ ਸ਼ਾਇਦ ਉਹਦਾ ਹਿੱਸਾ ਬਣਨਗੇ। ਜਿਹੜੀ ਮਨੁੱਖਤਾਵਾਦੀ ਅਪਰੋਚ ਹੈ, ਜਿਹੜੀ ਗੁਰੂ ਨਾਨਕ ਦੀ ਸਰਬੱਤ ਦੇ ਭਲੇ ਦੀ ਅਪਰੋਚ ਹੈ, ਜਿਹੜੀ ਇਸ ਪੱਧਰ ਦੀ ਅਪਰੋਚ ਹੈ, ਉਹ ਇਹੋ ਜਿਹੀ ਪੰਜਾਬ ਦੀ ਧਰਤੀ ਤੋਂ ਜ਼ਰੂਰ ਉਹਦੇ ਬਾਰੇ ਗੱਲ ਹੋਣੀ ਚਾਹੀਦੀ ਹੈ। ਬਹੁਤ ਬਹੁਤ ਸ਼ੁਕਰੀਆ ਦੋਸਤੋ। ਅੱਜ ਦਾ ਦਿਨ ਸਾਰਿਆਂ ਲਈ ਸੋਚਣ ਦਾ ਹੈ ਕਿ ਕਿਸੇ ਨੇ ਕਿਹਾ ਸੀ ਕਿ ਮੈਨੂੰ ਇਹ ਨਹੀਂ ਪਤਾ ਕਿ ਤੀਜੀ ਸੰਸਾਰ ਜੰਗ ਕਿਹੜੇ ਹਥਿਆਰ ਨਾਲ ਲੜੀ ਜਾਊਗੀ, ਪਰ ਮੈਨੂੰ ਇਹ ਜ਼ਰੂਰ ਪਤਾ ਹੈ ਕਿ ਚੌਥੀ ਜਿਹੜੀ ਜੰਗ ਹੋਏਗੀ ਉਹ ਡਾਂਗਾਂ ਨਾਲ ਲੜੀ ਜਾਊਗੀ। ਇਸ ਕਰਕੇ ਪਰਮਾਣੂ ਬੰਬਾਂ ਦੇ ਅੱਜ ਜਿਹੜੀ ਤਬਾਹ ਵਾਲਾ ਦਿਨ ਹੈ, ਉਹ ਤੋਂ ਸਾਨੂੰ ਸਿੱਖਿਆ ਲੈਣੀ ਚਾਹੀਦੀ ਹੈ। ਬਹੁਤ ਬਹੁਤ ਧੰਨਵਾਦ।